ਇਲੈਕਸ਼ਨ 2024 ਸ਼ਾਇਦ ਇਹ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਪਹਿਲਾ ਇਲੈਕਸ਼ਨ ਆ ਜਿਹੜਾ ਇਲੈਕਸ਼ਨ ਹੋਣ ਤੋਂ ਪਹਿਲੇ ਮੁਤਰਾਜ਼ਾ ਹੋ ਚੁੱਕਿਆ। ਵੈਸੇ ਅਗਰ ਪਾਕਿਸਤਾਨ ਦੀ ਤਾਰੀਖ ਦੇਖੀ ਜਾਵੇ, ਪਾਕਿਸਤਾਨ ਦੇ ਵਿੱਚ ਜਿੰਨੇ ਵੀ ਇਲੈਕਸ਼ਨ ਹੋਏ ਆ ਉਹ ਸਾਰੇ ਮੁਤਰਾਜ਼ਾ ਸਮਝੇ ਜਾਂਦੇ ਆ। ਜਿਹੜੀ ਜਮਾਤ ਜਿੱਤ ਗਈ ਉਹਨੇ ਕਹਿਣਾ ਠੀਕ ਆ, ਜਿਹੜੀ ਹਾਰ ਗਈ ਉਹਨੇ ਕਹਿਣਾ ਜੀ ਇਲੈਕਸ਼ਨ ਜਿਹੜਾ ਨਾ ਉਹ ਠੀਕ ਨਹੀਂ ਹੋਇਆ। 2024 ਵਾਲਾ ਇਲੈਕਸ਼ਨ ਇਹ ਹਲੇ ਹੋਇਆ ਨਹੀਂ, 8 ਫਰਵਰੀ ਨੂੰ ਹੋਣਾ, ਲੇਕਿਨ ਇਸ ਤੋਂ ਪਹਿਲੇ ਮੁਤਰਾਜ਼ਾ ਹੋ ਚੁੱਕਿਆ ਕਿਉਂਕਿ ਪਾਕਿਸਤਾਨ ਤਹਿਰੀਕ ਇਨਸਾਫ ਜਿਹੜੀ ਉਤੋਂ ਬੱਲੇ ਦਾ ਨਿਸ਼ਾਨ ਲੈ ਲਿਆ ਗਿਆ। ਜਿੱਦਾਂ ਪਾਕਿਸਤਾਨ ਤਹਿਰੀਕ ਇਨਸਾਫ ਦੇ ਜਿਹੜੇ ਸਿਆਸਤਦਾਨ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ, ਜ਼ਬਰਦਸਤੀ ਬਿਆਨ ਦਿਲਵਾਏ ਗਏ, ਪਾਰਟੀ ਬਦਲਣ 'ਤੇ ਮਜਬੂਰ ਕੀਤਾ ਗਿਆ, ਉਹਨਾਂ ਨੂੰ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਗਿਆ, ਉਹਨਾਂ ਦੀ ਵੀਡੀਓਜ਼ ਬਣਾਈ ਗਈ, ਉਹਨਾਂ ਦੇ ਘਰ ਤੋੜੇ ਗਏ। ਇਸ ਵਾਸਤੇ ਲੋਕ ਕਹਿ ਰਹੇ ਕਿ ਇੱਕ ਮੁਤਰਾਜ਼ਾ ਇਲੈਕਸ਼ਨ ਹੋਣਾ। ਆ ਪਿਛਲਾ ਇਲੈਕਸ਼ਨ ਹੀ ਤੁਸੀਂ ਦੇਖ ਲਓ, 2018 ਦੇ ਵਿੱਚ ਪਾਕਿਸਤਾਨ ਮੁਸਲਿਮ ਲੀਗ ਨੂਨ ਜਿਹੜੀ ਆ ਉਹ ਕਹਿੰਦੀ ਸੀ ਕਿ ਦੇਖੋ ਜੀ ਇਲੈਕਸ਼ਨ ਦੇ ਵਿੱਚ ਧਾਂਦਲੀ ਹੋਈ ਆ, ਫੌਜ ਜਿਹੜੀ ਇਮਰਾਨ ਖਾਨ ਨੂੰ ਲੈ ਕੇ ਆਈ ਆ, ਇਲੈਕਸ਼ਨ ਜਿਹੜੇ ਆ ਉਹ ਕਹਿੰਦੇ ਸੀ ਕਿ ਸਹੀ ਨਹੀਂ ਹੋਏ। ਬਾਕੀ ਜਮਾਤਾਂ ਵੀ ਕਹਿੰਦੀਆਂ ਸੀਗੀਆਂ। ਪਾਕਿਸਤਾਨ ਤਹਿਰੀਕ ਇਨਸਾਫ 2018 ਦੇ ਇਲੈਕਸ਼ਨ ਨੂੰ ਕਹਿੰਦੀ ਸੀ ਦੇਖੋ ਜੀ ਕਿ ਪਾਕਿਸਤਾਨ ਤਹਿਰੀਕ ਇਨਸਾਫ ਦੀ 25 ਤੋਂ 30 ਸੀਟਾਂ ਜਿਹੜੀਆਂ ਕਿ ਨਹੀਂ ਉਹ ਇਹਨਾਂ ਨੇ ਖੋਈਆਂ ਤਾਂ ਕਿ ਇਮਰਾਨ ਖਾਨ ਸਾਹਿਬ ਨੂੰ ਇੱਕ ਰੂਲੀ ਲੰਗੜੀ ਹੁਕੂਮਤ ਦਿੱਤੀ ਜਾਵੇ ਤੇ ਇਮਰਾਨ ਖਾਨ ਸਾਹਿਬ ਖੁੱਲ੍ਹ ਕੇ ਉਹ ਫੈਸਲੇ ਨਾ ਕਰ ਸਕਣ। 2018 ਦਾ ਇਲੈਕਸ਼ਨ ਪਾਕਿਸਤਾਨ ਤਹਿਰੀਕ ਇਨਸਾਫ ਕਹਿੰਦੀ ਸੀ ਕਿ ਸਾਡੀਆਂ ਸੀਟਾਂ ਜਿਹੜੀਆਂ ਇਹਨਾਂ ਨੇ ਘੱਟ ਕੀਤੀਆਂ ਵਾ 25 ਤੋਂ 30 ਸੀਟਾਂ, ਤੇ ਪਾਕਿਸਤਾਨ ਮੁਸਲਿਮ ਲੀਗ ਨੂਨ ਤੇ ਹੋਰ ਦੂਸਰੀਆਂ PDM ਦੀਆਂ ਜਿੰਨੀਆਂ ਵੀ ਜਮਾਤਾਂ ਕਹਿੰਦੀਆਂ ਸੀ ਕਿ ਇਲੈਕਸ਼ਨ ਜਿਹੜਾ ਕਿ ਨਹੀਂ ਇਹ ਸਹੀ ਨਹੀਂ ਹੋਇਆ, ਫੌਜ ਜਿਹੜੀ ਇਮਰਾਨ ਖਾਨ ਨੂੰ ਲੈ ਕੇ ਆਈ ਹੈ। ਗੱਲ ਕਰਨ ਦਾ ਮਕਸਦ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਕੋਈ ਇਲੈਕਸ਼ਨ ਵੀ ਇਦਾਂ ਦਾ ਨਹੀਂ ਹੋਇਆ ਹਲੇ ਤੱਕ ਕਿ ਜਿਹਨੂੰ ਕਿਹਾ ਜਾਵੇ ਕਿ ਇਹ ਸ਼ਫਾਫ ਇਲੈਕਸ਼ਨ ਆ। ਹੁਣ ਹੋਣਾ ਤੇ ਇਹ ਚਾਹੀਦਾ ਸੀਗਾ ਕਿ ਸਾਨੂੰ ਸਬਕ ਸਿੱਖਣਾ ਚਾਹੀਦਾ ਸੀ। ਜਿੰਨੇ ਵੀ ਸਿਆਸੀ ਲੀਡਰਾਂ ਆ, ਸਿਆਸੀ ਜਮਾਤਾਂ ਵਾ, ਉਹ ਬਹਿ ਕੇ ਕੋਈ ਐਸਾ ਲਾਹੇਅਮਲ ਬਣਾਉਂਦੀਆਂ ਤਾਂ ਕਿ ਇਲੈਕਸ਼ਨ ਜਿਹੜਾ ਨਾ ਉਹ ਸ਼ਫਾਫ ਹੁੰਦਾ। ਬਿਹਤਰੀਨ ਸਿਸਟਮ ਇਹ ਸੀਗਾ ਕਿ ਉਹ ਕੰਪਿਊਟਰਾਈਜ਼ ਸਿਸਟਮ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਜਿਹੜੀ ਆ ਉਹ ਲੈ ਆਉਂਦੇ। ਇਮਰਾਨ ਖਾਨ ਸਾਹਿਬ ਚਾਹੁੰਦੇ ਸੀਗੇ ਕਿ ਪਾਕਿਸਤਾਨ ਦੇ ਵਿੱਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੇ ਨਾਲ ਇਲੈਕਸ਼ਨ ਹੋਣ ਤਾਂ ਕਿ ਇਲੈਕਸ਼ਨ ਸ਼ਫਾਫ ਹੋਵੇ। ਉਸ ਤੋਂ ਬਾਅਦ ਪਾਕਿਸਤਾਨ ਦੀ ਆਵਾਮ ਜਿਹੜੀ ਆ ਉਹ ਜਿਹਨੂੰ ਵੋਟ ਦੇਣ ਉਹ ਵੋਟ ਦੇ ਕੇ ਤੇ ਪਾਵਰ 'ਚ ਲੈ ਆਉਣ। ਲੋਕ ਅਗਰ ਚਾਹੁੰਦੇ ਆ ਕਿ ਮੁਸਲਿਮ ਲੀਗ ਨੂਨ ਨੂੰ ਵੋਟ ਦੇਣਾ, ਉਹ ਆਪਦੀ ਹੁਕੂਮਤ ਬਣਾ ਲੈਣ। ਪਾਕਿਸਤਾਨ ਤਹਿਰੀਕ ਇਨਸਾਫ, ਪਾਕਿਸਤਾਨ ਪੀਪਲਸ ਪਾਰਟੀ, ਜਮਾਤ ਇਸਲਾਮੀ ਜਾਂ ਦੀਗਰ ਜਿੰਨੀਆਂ ਵੀ ਸਿਆਸੀ ਮਜ਼ਹਬੀ ਜਮਾਤਾਂ ਹੈਗੀਆਂ, ਲੋਕ ਜਿਹੜੇ ਆ ਉਹ ਜਿਸ ਵੀ ਜਮਾਤ ਨੂੰ ਵੋਟ ਦੇਣ ਉਹ ਆਪਦੀ ਗੌਰਮੈਂਟ ਬਣਾ ਲਵੇ, ਲੇਕਿਨ ਇਲੈਕਸ਼ਨ ਸ਼ਫਾਫ ਹੋਣਾ ਚਾਹੀਦਾ। ਲੇਕਿਨ ਸਾਡੇ ਅੱਖਾਂ ਦੇ ਸਾਹਮਣੇ ਕਿ ਸਾਰੀਆਂ ਜਮਾਤਾਂ ਇਹ ਕਹਿੰਦੀਆਂ ਕਿ ਇਲੈਕਸ਼ਨ ਜਿਹੜੇ ਆ ਪਾਕਿਸਤਾਨ 'ਚ ਉਹ ਸ਼ਫਾਫ ਨਹੀਂ ਹੁੰਦੇ, ਤੇ ਫਿਰ ਇਮਰਾਨ ਖਾਨ ਤੋਂ ਇਲਾਵਾ ਕਿਸੇ ਨੇ ਵੀ ਇਹ ਹਾਮੀ ਨਹੀਂ ਭਰੀ। ਹਰ ਬੰਦੇ ਨੇ ਮੁਖਾਲਫਤ ਕੀਤੀ ਆ, ਸਾਡੇ ਅਦਾਰਿਆਂ ਨੇ ਵੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਜਿਹੜੀ ਆ ਨਾ ਆਵੇ। ਵਜ੍ਹਾ ਉਹਦੀ ਇਹ ਸੀਗੀ ਕਿ ਵੱਡੇ ਵੱਡੇ ਸਾਫੀ ਇੱਥੇ ਪ੍ਰੋਗਰਾਮ ਕਰ ਚੁੱਕੇ ਆ, ਹਮਦ ਮੀਰ, ਇਮਰਾਨ ਰਿਆਜ਼ ਖਾਨ, ਸਮੀ ਇਬਰਾਹੀਮ, ਸਾਬਰ ਸ਼ਾਕਰ, ਹੋਰ ਕਈ ਸਾਫੀ, ਕਿ ਪਾਕਿਸਤਾਨ ਦੇ ਵਿੱਚ ਜਿਹੜੇ ਇਲੈਕਸ਼ਨ ਹੁੰਦੇ ਆ ਨਾ ਉਹਦੇ ਵਿੱਚ ਧਾਂਦਲੀ ਹੁੰਦੀ ਆ, ਮੁਰਦਾ ਦੇ ਵੋਟ ਡਾਲੇ ਜਾਂਦੇ ਆ, 25-25, 30-30 ਹਜ਼ਾਰ ਵੋਟ ਹਰ ਹਲਕੇ ਦੇ ਵਿੱਚ ਜਾਲੀ। ਇਹ ਸਾਫੀ ਪ੍ਰੋਗਰਾਮ ਕਰ ਚੁੱਕੇ ਇਹਦੇ ਤੇ। ਫਿਰ ਦੱਸੋ ਕਿ ਜਦ ਇਦਾਂ ਦੇ ਇਲੈਕਸ਼ਨ ਹੁੰਦੇ ਆ ਤੇ ਫਿਰ ਉਸ ਇਲੈਕਸ਼ਨ ਦੀ ਕੀ ਕ੍ਰੈਡੀਬਿਲਿਟੀ ਹੁੰਦੀ ਆ, ਦੁਨੀਆ ਕਿਉਂ ਤਸਲੀਮ ਕਰੂਗੀ ਉਸ ਇਲੈਕਸ਼ਨ ਨੂੰ? ਇਹ ਫਿਰ ਹਕੂਮਤੀ ਸਤਹ ਦੇ ਉੱਤੇ ਵਿੱਚ ਧਾਂਦਲੀ ਹੁੰਦੀ ਹੈ। ਸਾਡੇ ਅਦਾਰੇ ਚਾਹੁੰਦੇ ਆ ਕਿ ਜਿਹੜੀ ਗੌਰਮੈਂਟ ਲਿਆਉਣੀ ਆ ਉਹਨੂੰ ਉਹਨਾਂ ਨੇ ਲਿਆਉਣਾ ਵਾ ਤੇ ਆਵਾਮ ਦੇ ਵੋਟ ਦੀ ਕੋਈ ਅਹਿਮੀਅਤ ਨਹੀਂ। ਇਲੈਕਸ਼ਨ ਦਾ ਪ੍ਰੋਸੀਜਰ ਤੇ ਸ਼ਫਾਫ ਹੋਣਾ ਚਾਹੀਦਾ ਨਾ। ਬਾਕੀ ਹੁਣ ਗੱਲ ਕਰਦੇ ਆ ਐਸ ਇਲੈਕਸ਼ਨ ਤੇ 2024, ਇਹ ਤੇ ਹੋਣ ਤੋਂ ਪਹਿਲੇ ਮੁਤਰਾਜ਼ਾ ਹੋ ਚੁੱਕਿਆ ਨਾ। ਦੱਸੋ ਕਿ ਜਦੋਂ ਇਹ ਇਲੈਕਸ਼ਨ ਜਿਹੜਾ ਇਦਾਂ ਦਾ ਹੋ ਗਿਆ ਜਾਂ ਸ਼ਫਾਫ ਨਾ ਹੋਇਆ ਤੇ ਫਿਰ ਦੁਨੀਆ ਇਹਨੂੰ ਕਿਉਂ ਮੰਨੂਗੀ? ਬਾਕੀ ਪਾਕਿਸਤਾਨੀਓ, ਹੁਣ ਹਮੇਸ਼ਾ ਦੀ ਤਰ੍ਹਾਂ ਸਿਆਸੀ ਜਮਾਤਾਂ ਜਿਹੜੀਆਂ ਵਾ ਉਹ ਇਲੈਕਸ਼ਨ ਕੰਪੇਨ ਕਰ ਰਹੀਆਂ। ਲੋਕ ਕਹਿ ਰਹੇ, ਕੋਈ ਕਹਿ ਰਿਹਾ ਜੀ ਤੁਸੀਂ ਇਸ ਜਮਾਤ ਨੂੰ ਵੋਟ ਦਿਓ, ਕੋਈ ਇਸ ਜਮਾਤ ਨੂੰ। ਆਪਦੀਆਂ ਜਮਾਤਾਂ ਦੇ ਜਿਹੜੇ ਲੋਕ ਬਿਆਨ ਕਰ ਰਹੇ ਆ ਉਹਨਾਂ ਦੇ ਅੱਛੇ ਕੰਮ। ਗੱਲ ਇਹ ਆ ਮੇਰੇ ਭਾਈਓ, ਕੋਈ ਜਮਾਤ ਵੀ ਪਾਵਰ 'ਚ ਆ ਜਾਵੇ, ਕੋਈ ਵੀ ਮਾਰਸ਼ਲ ਲੱਗ ਜਾਵੇ, ਲੇਕਿਨ ਚੰਦ ਜਿਹੜੇ ਬੁਨਿਆਦੀ ਅਸੂਲ ਆ ਨਾ ਉਹਨਾਂ ਦੇ ਉੱਤੇ ਚੱਲਣਾ ਪਊਗਾ ਤੇ ਮੁਲਕ ਆਪਣਾ ਅੱਗੇ ਜਾਣਾ। ਭਾਵੇਂ ਤੁਸੀਂ ਕਿਸੇ ਜਮਾਤ ਨੂੰ ਵੀ ਪਾਵਰ 'ਚ ਲੈ ਆਓ। 75 ਸਾਲਾਂ ਦੇ ਵਿੱਚ ਤੁਸੀਂ ਦੇਖ ਲਓ ਕਿ ਕਿੰਨੀਆਂ ਜਮਾਤਾਂ ਚੇਂਜ ਹੋਈਆਂ, ਮਾਰਸ਼ਲ ਲਾ ਵੀ ਮੁਲਕ ਦੇ ਵਿੱਚ ਲੱਗੇ, ਲੇਕਿਨ ਮੁਲਕ ਦੀ ਹਾਲਤ ਜਿਹੜੀ ਆ ਨਾ ਉਹ ਠਾਹ ਨੂੰ ਗਈ ਹੈ। ਮਾਸ਼ੀ ਲਿਹਾਜ਼ ਨਾਲ ਵੀ, ਸਿਆਸੀ ਲਿਹਾਜ਼ ਨਾਲ ਵੀ, ਅਖਲਾਕੀ ਲਿਹਾਜ਼ ਨਾਲ ਵੀ ਲੁੱਟਮਾਰ ਵਧੀ ਆ, ਕਰਪਸ਼ਨ ਵਧੀ ਆ, ਕਰਜ਼ੇ ਮੁਲਕ ਤੇ ਜ਼ਿਆਦਾ ਚੜ੍ਹੇ ਆ, ਅਦਾਰੇ ਕਮਜ਼ੋਰ ਹੋਏ ਆ, ਅਦਾਰਿਆਂ ਦੇ ਸਰਬਰਾਹ ਜਿਹੜੇ ਆ ਉਹ ਮਲਟੀ ਬਿਲੀਅਨਰ ਬਣ ਗਏ ਆ, ਲੋਕਾਂ ਨੇ ਲੁੱਟ ਖਸੁੱਟ ਕਰਕੇ ਇੱਥੋਂ ਪੈਸਾ ਬਾਹਰ ਲਗਾਇਆ, ਲੇਕਿਨ ਪਾਕਿਸਤਾਨ ਦੀ ਆਵਾਮ ਜਿਹੜੀ ਆ ਉਹ ਗਰੀਬ ਤੋਂ ਗਰੀਬਤਰ ਹੁੰਦੀ ਗਈ ਆ। ਵਜ੍ਹਾ ਇਹ ਹੈ ਕਿ ਜਿਹੜੇ ਚੰਦ ਇੱਕ ਬੁਨਿਆਦੀ ਅਸੂਲ ਆ ਨਾ ਉਹਨਾਂ ਦੇ ਉੱਤੇ ਅਮਲ ਕਰਨਾ ਜ਼ਰੂਰੀ ਹੈ। ਨੰਬਰ 1, ਅਦਲੋ ਇਨਸਾਫ। ਕੋਈ ਮੁਲਕ, ਕੋਈ ਮੁਆਸ਼ਰਾ ਅਦਲੋ ਇਨਸਾਫ ਤੋਂ ਬਗੈਰ ਕਾਇਮ ਨਹੀਂ ਰਹਿ ਸਕਦਾ। ਹਕੂਮਤ ਭਾਵੇਂ ਜਿਸ ਮਰਜ਼ੀ ਜਮਾਤ ਦੀ ਆਵੇ, ਤੁਸੀਂ ਜਿਸ ਮਰਜ਼ੀ ਪਾਰਟੀ ਨੂੰ ਵੋਟ ਦਿਓ, ਲੇਕਿਨ
ਅਦਲੋ ਇਨਸਾਫ ਕਾਇਮ ਕਰਨਾ ਪਊਗਾ ਪਾਕਿਸਤਾਨ ਦੇ ਵਿੱਚ। ਦੂਸਰਾ, ਅਮੀਰ ਔਰ ਗਰੀਬ, ਤਾਕਤਵਰ ਕਮਜ਼ੋਰ ਲਈ ਇੱਕ ਕਾਨੂੰਨ। ਕਾਨੂੰਨ ਦੀ ਨਜ਼ਰ 'ਚ ਸਾਰੇ ਇਨਸਾਨ ਬਰਾਬਰ ਆ ਤਰੱਕੀ ਯਾਫਤਾ ਮੁਲਕਾਂ ਜਾ ਕੇ ਤੁਸੀਂ ਦੇਖ ਲਓ, ਉੱਥੇ ਇਹ ਨਹੀਂ ਦੇਖਦੇ ਵੀ ਆ ਅਮੀਰ ਆ, ਗਰੀਬ ਆ, ਤਾਕਤਵਰ ਆ, ਕਮਜ਼ੋਰ ਆ ਫਲਾਨੀ ਜ਼ਾਤ ਬਰਾਦਰੀ ਦਾ ਬੰਦਾ ਵਾ ਜਾਂ ਫਲਾਨੀ ਜ਼ਾਤ ਬਰਾਦਰੀ ਦਾ, ਜਾਂ ਜੱਜ ਆ ਜਰਨੈਲ ਦਾ ਬੱਚਾ ਵਾ, ਆ ਜਨਾਬ ਬਿਊਰੋਕਰੇਟ ਦਾ, ਆ ਜਨਾਬ ਕੋਈ ਸਾਫੀ ਦਾ ਬੱਚਾ ਜਾਂ ਸਿਆਸਤਦਾਨ ਦਾ ਬੱਚਾ। ਨਹੀਂ, ਇਨਸਾਨ ਆ ਔਰ ਕਾਨੂੰਨ ਦੀ ਨਜ਼ਰ 'ਚ ਸਾਰੇ ਇਨਸਾਨ ਬਰਾਬਰ ਆ। ਇਹ ਲਾਜ਼ਮੀ ਅਸੂਲ ਅਪਣਾਉਣਾ ਪਊਗਾ। ਤੀਸਰਾ, ਪਾਕਿਸਤਾਨ ਦੇ ਵਿੱਚ ਮੈਰਿਟ ਦੇ ਉੱਤੇ ਲੋਕ ਅੱਗੇ ਆਉਣ। ਆ ਤਰੱਕੀ ਯਾਫਤਾ ਮੁਲਕਾਂ 'ਚ ਤੁਸੀਂ ਦੇਖ ਲਓ ਜਾ ਕੇ, ਉਹ ਇਹ ਨਹੀਂ ਦੇਖਦੇ ਵੀ ਇਹ ਬੰਦਾ ਕੌਣ ਆ, ਇਹਦਾ ਬੈਕਗਰਾਉਂਡ ਕੀ ਆ। ਨਹੀਂ, ਰਾਈਟ ਪਰਸਨ ਫॉर ਰਾਈਟ ਜੌਬ। ਬੰਦਾ ਅਗਰ ਅਹਿਲ ਆ, ਉਹ 'ਚ ਕਾਬਲੀਅਤ ਆ, ਅਹਲੀਅਤ ਆ, ਤੇ ਉਹਨੂੰ ਉਹ ਜੌਬ ਦੇ ਦਿੰਦੇ ਆ। ਸਾਡੇ ਮੁਲਕ ਦੇ ਵਿੱਚ ਤੇ ਸਿਫਾਰਿਸ਼ ਆ, ਰਿਸ਼ਵਤ ਆ, ਤਲਕ ਵਾਸਤਾ ਵਾ, ਫਲਾਂ ਦਾ ਬੰਦਾ ਜੀ, ਇਹ ਫਲਾਂ ਬੰਦੇ ਨੇ ਇਹਨੂੰ ਰਿਕਮੈਂਡ ਕੀਤਾ, ਇਹ ਚੱਕਰ ਆ। ਮੈਰਿਟ ਜਿਹੜਾ ਨਾ, ਉੱਤੇ ਜਦ ਤੱਕ ਤੁਸੀਂ ਨਹੀਂ ਚੱਲੋਗੇ, ਨਾ ਤੁਹਾਡੇ ਅਦਾਰੇ ਮਜ਼ਬੂਤ ਹੋਣੇ ਆ, ਨਾ ਮੁਲਕ ਅੱਗੇ ਵਧਣਾ। ਫਿਰ ਮੁਲਕ ਦੇ ਵਿੱਚ ਕਰਪਸ਼ਨ ਦਾ ਖਾਤਮਾ। ਭਾਵੇਂ ਕੋਈ ਜਮਾਤ ਆ ਜਾਵੇ ਪਾਵਰ ਦੇ ਵਿੱਚ, ਹੁਣ ਲੋਕੀ ਗੱਲਾਂ ਕਰਦੇ ਜੀ ਹੱਲ ਆਹ ਜਮਾਤ ਆ, ਕੋਈ ਕਹਿੰਦਾ ਜੀ ਸਾਡੀ ਜਮਾਤ ਅੱਗੇ ਆ ਜਾਵੇ। ਉਹ ਭਾਈ ਤੁਸੀਂ ਜਿਹਨੂੰ ਮਰਜ਼ੀ ਅੱਗੇ ਲੈ ਆਓ, ਜਦ ਤੁਹਾਨੂੰ ਕਿਸੇ ਨੇ ਕੰਮ ਹੀ ਨਹੀਂ ਕਰਨ ਦੇਣਾ। ਪਾਕਿਸਤਾਨ ਦੇ ਵਿੱਚ ਮਾਫੀਆ ਇੰਨਾ ਜ਼ਿਆਦਾ ਤਾਕਤਵਰ ਹੋ ਚੁੱਕਿਆ ਕਿ ਉਹ ਚੰਗੇ ਬੰਦੇ ਨੂੰ ਉਹਨਾਂ ਨੇ ਚੱਲਣ ਹੀ ਨਹੀਂ ਦੇਣਾ। ਜਿਸ ਬੰਦੇ ਨੇ ਗੱਲ ਕੀਤੀ ਵੀ ਯਾਰ ਇਸ ਮੁਲਕ ਦੇ ਵਿੱਚ ਅਸੀਂ ਅਦਲੋ ਇਨਸਾਫ ਦਾ ਨਿਜ਼ਾਮ ਕਾਇਮ ਕਰੀਏ, ਲੋਕ ਇਨਸਾਫ ਹਾਸਲ ਕਰਨ ਵਾਸਤੇ ਧੱਕੇ ਨਾ ਖਾਣ, ਜਿਸ ਬੰਦੇ ਨੇ ਗੱਲ ਕੀਤੀ ਕਿ ਪਾਕਿਸਤਾਨ ਦੇ ਵਿੱਚ ਅਮੀਰ ਔਰ ਗਰੀਬ ਲਈ ਇੱਕ ਕਾਨੂੰਨ ਹੋਣਾ ਚਾਹੀਦਾ, ਜਿਸ ਬੰਦੇ ਨੇ ਗੱਲ ਕੀਤੀ ਕਿ ਮੈਰਿਟ ਦੇ ਉੱਤੇ ਫੈਸਲੇ ਹੋਣ, ਜਿਹੜਾ ਬੰਦਾ ਅਹਿਲ ਆ ਉਹ ਅੱਗੇ ਆਵੇ ਸਪੋਰਟ ਦੇ ਮੈਦਾਨ ਦੇ ਵਿੱਚ, ਸਿਆਸਤ ਦੇ ਮੈਦਾਨ ਦੇ ਵਿੱਚ, ਜਿਸ ਬੰਦੇ ਨੇ ਗੱਲ ਕੀਤੀ ਕਿ ਯਾਰ ਇੱਥੇ ਇਹਤਸਾਬ ਹੋਣਾ ਚਾਹੀਦਾ, ਚੋਰ ਡਾਕੂ ਜਿਹੜੇ ਪਾਕਿਸਤਾਨ ਦਾ ਪੈਸਾ ਲੁੱਟ ਕੇ ਬਾਹਰ ਲਗਾਇਆ, ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ, ਤੇ ਇਸ ਗੰਦੇ ਸਿਸਟਮ ਨੇ, ਇੱਕ ਕਰਪਟ ਮਾਫੀਆ ਨੇ ਉਸ ਬੰਦੇ ਨੂੰ ਚੱਕ ਕੇ ਬਾਹਰ ਮਾਰਨਾ। ਫਿਰ ਵੋਟ ਤੁਸੀਂ ਜਿਹਨੂੰ ਮਰਜ਼ੀ ਦਿਓ। ਅਦਲੋ ਇਨਸਾਫ ਤੋਂ ਬਗੈਰ ਮੁਆਸ਼ਰਾ ਅੱਗੇ ਨਹੀਂ ਜਾ ਸਕਦਾ। ਅਮੀਰ ਔਰ ਗਰੀਬ ਲਈ ਕਾਨੂੰਨ ਜਦ ਤੱਕ ਇੱਕ ਨਹੀਂ ਹੁੰਦਾ, ਮੁਆਸ਼ਰਾ ਮੁਲਕ ਅੱਗੇ ਨਹੀਂ ਜਾ ਸਕਦਾ। ਮੈਰਿਟ ਦੇ ਉੱਤੇ ਫੈਸਲੇ ਜਦ ਤੱਕ ਨਹੀਂ ਹੋਏ, ਮੁਲਕ ਅੱਗੇ ਨਹੀਂ ਜਾ ਸਕਦਾ। ਮੁਲਕ ਦੇ ਵਿੱਚੋਂ ਕਰਪਸ਼ਨ ਦਾ ਖਾਤਮਾ ਜਦ ਤੱਕ ਨਹੀਂ ਹੋਇਆ, ਮੁਲਕ ਅੱਗੇ ਨਹੀਂ ਜਾ ਸਕਦਾ। ਜਦ ਤੱਕ ਤੁਸੀਂ ਇਹਤਸਾਬ ਨਾ ਕੀਤਾ, ਮੁਲਕ ਅੱਗੇ ਨਹੀਂ ਜਾ ਸਕਦਾ। ਇਹ 4-5 ਜਿਹੜੇ ਬੁਨਿਆਦੀ ਅਸੂਲ ਆ ਨਾ, ਇਹਨਾਂ ਦੇ ਉੱਤੇ ਚੱਲਣਾ ਪਊਗਾ। ਜਮਾਤ ਕੋਈ ਵੀ ਆ ਜਾਵੇ, ਦੇਖੋ ਜਿਹੜਾ ਕਿਸੇ ਨੂੰ ਜਾ ਕੇ ਕਹਿਣਾ ਨਾ ਕਿ ਯਾਰ ਤੁਸੀਂ ਇਸ ਜਮਾਤ ਨੂੰ ਵੋਟ ਦਿਓ, ਮੇਰੀ ਨਜ਼ਰ ਦੇ ਵਿੱਚ ਇਹ ਤੁਸੀਂ ਉਸ ਬੰਦੇ ਦੀ ਇਨਸਲਟ ਕਰ ਰਹੇ ਆ, ਤੋਹੀਨ ਕਰ ਰਹੇ ਆ। ਇੱਕ ਬਜ਼ੁਰਗ ਆਦਮੀ, ਉਹਦੀ 75 ਸਾਲ 80 ਸਾਲ ਉਮਰ ਆ, ਤੁਸੀਂ ਜਾ ਕੇ ਉਹਨੂੰ ਕਹਿੰਦੇ ਕਿ ਬਾਬਾ ਜੀ ਵੋਟ ਸਾਨੂੰ ਦਿਓ, ਕਿਉਂ? ਉਹ ਬਜ਼ੁਰਗ ਨੂੰ ਨਹੀਂ ਪਤਾ। ਉਹ ਬਾਬਾ ਜੀ ਜਿਹੜੇ ਜਿਨ੍ਹਾਂ ਨੇ ਆਪਦੀ ਜਵਾਨੀ ਦੇ ਬਿਹਤਰੀਨ ਸਾਲ ਇਸ ਮੁਲਕ 'ਚ ਗੁਜ਼ਾਰੇ ਆ, ਇਸ ਮੁਲਕ ਦੇ ਸਿਸਟਮ ਨੂੰ ਸਮਝਦੇ ਆ, ਅਕਲੋ ਸ਼ਊਰ ਰੱਖਦੇ ਆ, ਕਿਆ ਉਹ ਬਾਬਾ ਜੀ ਨੂੰ ਨਹੀਂ ਪਤਾ ਕਿ ਮੈਂ ਕਿਹਨੂੰ ਵੋਟ ਦੇਣਾ? ਬਾਬਾ ਜੀ ਵੀ ਤਾਂ ਇਸੇ ਮੁਆਸ਼ਰੇ 'ਚ ਰਹਿੰਦੇ ਆ। ਇੱਕ ਯੂਨੀਵਰਸਿਟੀ ਦੇ ਸਟੂਡੈਂਟ ਨੂੰ ਤੁਸੀਂ ਜਾ ਕੇ ਕਹਿੰਦੇ ਆ, ਜਿਹੜਾ ਕਾਲਜ ਦਾ ਜਾਂ ਕਿਸੇ ਯੂਨੀਵਰਸਿਟੀ ਦਾ ਸਟੂਡੈਂਟ ਆ, ਪੜ੍ਹਿਆ ਲਿਖਿਆ ਬੰਦਾ, ਸੋਸ਼ਲ ਮੀਡੀਆ ਯੂਜ਼ ਕਰਦਾ, ਪੂਰੀ ਦੁਨੀਆ ਦਾ ਉਹਨੂੰ ਪਤਾ ਵਾ, ਉਹਨੂੰ ਜਾ ਕੇ ਤੁਸੀਂ ਕਹਿ ਰਹੇ ਆ ਕਿ ਯਾਰ ਵੋਟ ਇਸ ਜਮਾਤ ਨੂੰ ਦੇ। ਮੇਰਾ ਖਿਆਲ ਆ ਤੁਸੀਂ ਉਹਦੀ ਇਨਸਲਟ ਕਰ ਰਹੇ, ਤੋਹੀਨ ਕਰ ਰਹੇ ਆ। ਕਿਸੇ ਵੀ ਬੰਦੇ ਨੂੰ ਜਾ ਕੇ ਇਹ ਕਹਿਣਾ ਕਿ ਯਾਰ ਵੋਟ ਸਾਨੂੰ ਦੇ ਦੇ, ਸਾਨੂੰ ਦੇ ਦੇ, ਕਿਉਂ? ਉਹ ਬੰਦਾ ਵੀ ਇਸੇ ਮੁਆਸ਼ਰੇ 'ਚ ਹੀ ਰਹਿੰਦਾ, ਉਹਨੂੰ ਨਹੀਂ ਪਤਾ, ਉਹਦਾ ਦਿਮਾਗ ਕੰਮ ਨਹੀਂ ਕਰਦਾ। ਤੁਸੀਂ ਕਿਸੇ ਨੂੰ ਕਾਇਲ ਕਰਨਾ ਤੇ ਉਹਨੂੰ ਤੁਸੀਂ ਦਲਾਇਲ ਨਾਲ ਕਾਇਲ ਕਰੋ। ਇਹ ਥੋੜ੍ਹਾ ਕਿ ਕਿਸੇ ਨੂੰ 5000 ਦੇਤਾ ਯਾਰ ਮੈਨੂੰ ਵੋਟ ਦੇ ਦੇ, ਕਿਸੇ ਨੂੰ ਕੋਈ ਲਾਲਚ ਦੇਤਾ ਮੈਨੂੰ ਵੋਟ ਦੇ ਦੇ, ਤੇਰੀ ਨਾਲੀ ਪੱਕੀ ਕਰਾ ਦਾਂਗੇ ਮੈਨੂੰ ਵੋਟ ਦੇ ਦੇ। ਇਹ ਤੁਸੀਂ ਉਹਦੀ ਇਨਸਲਟ ਕਰ ਰਹੇ ਆ। ਵੋਟ ਮੇਰੇ ਭਾਈਓ ਤੁਸੀਂ ਜਿਸ ਮਰਜ਼ੀ ਜਮਾਤ ਨੂੰ ਦਿਓ, ਲੇਕਿਨ ਯਾਦ ਰੱਖੋ ਕਿ ਜਦ ਤੱਕ ਇਹ ਜਿਹੜੇ 4-5 ਬੁਨਿਆਦੀ ਅਸੂਲ ਆ ਨਾ, ਜਦ ਤੱਕ ਅਸੀਂ ਇਹ ਨਾ ਅਪਣਾਏ, ਔਰ ਇਹ ਅਪਣਾਉਣ ਦੇਣਾ ਹੀ ਨਹੀਂ ਪਾਕਿਸਤਾਨ ਦੇ ਮਾਫੀਆ ਨੇ। ਲੋਕ ਗੱਲਾਂ ਕਰਦੇ ਆ ਜੀ ਤੁਸੀਂ ਇਸ ਜਮਾਤ ਨੂੰ ਲੈ ਆਓ ਜੀ, ਅੱਛਾ ਲੈ ਆਓ, ਜਿਹੜੀ ਮਰਜ਼ੀ ਜਮਾਤ ਨੂੰ ਲੈ ਆਓ। ਜਦ ਇਸ ਮਾਫੀਆ ਨੇ ਤੁਹਾਨੂੰ ਚੱਲਣ ਹੀ ਨਹੀਂ ਦੇਣਾ, ਇਹਨਾਂ ਨੇ ਰੋੜੇ ਟਿਕਾਉਣੇ ਆ, ਤੇ ਫਿਰ ਤੁਸੀਂ ਕਿੱਦਾਂ ਮੁਲਕ ਚਲਾਓਗੇ? ਮੈਨੂੰ ਕੋਈ ਬੰਦਾ ਇਸ ਗੱਲ ਦਾ ਜਵਾਬ ਦੇਵੇ। ਇੱਕ ਜਮਾਤ ਆ, ਤੁਸੀਂ ਉਹਨੂੰ ਵੋਟ ਦੇ ਦਿੰਦੇ ਆ, ਉਹ ਬੰਦਾ ਵੀ ਅੱਛਾ, ਲੀਡਰ ਵੀ ਅੱਛਾ, ਉਹ 5 ਵਕਤ ਦਾ ਨਮਾਜ਼ੀਆ ਤਹੱਜਦ ਉੱਠ ਕੇ ਪੜ੍ਹਦਾ ਵਾ, ਉਹ ਦਿਆਨਤਦਾਰ ਆ, ਚੋਰ ਚੱਕਾ ਵੀ ਨਹੀਂ ਹੈਗਾ। ਕਿਆ ਇਹ ਕਰਪਟ ਸਿਸਟਮ ਉਹਨੂੰ ਚੱਲਣ ਦਊਗਾ? ਇਹਨਾਂ ਨੇ ਚੰਦ ਦਿਨਾਂ 'ਚ ਚੱਕ ਕੇ ਉਹਨੂੰ ਬਾਹਰ ਮਾਰਨਾ। ਇਮਰਾਨ ਖਾਨ ਨੇ ਕਿਹਾ ਸੀ ਨਾ ਕਿ ਮੈਂ ਮੁਲਕ ਦੇ ਵਿੱਚ ਨਿਸਾਬੇ ਤਾਲੀਮ ਇੱਕ ਕਰੂੰਗਾ, ਮੈਂ ਇਹਨਾਂ ਕਰਪਟ ਚੋਰਾਂ ਨੂੰ ਸਜ਼ਾ ਦਊਂਗਾ, ਮੈਂ ਇਹਨਾਂ ਮਾਫੀਆ ਨੂੰ ਕੰਟਰੋਲ ਕਰੂੰਗਾ, ਮੈਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਲੈ ਕੇ ਆਊਂਗਾ ਤਾਂ ਕਿ ਮੁਲਕ ਦੇ ਵਿੱਚ ਇਲੈਕਸ਼ਨ ਦਾ ਪ੍ਰੋਸੀਜਰ ਸ਼ਫਾਫ ਹੋਵੇ। ਕਿਸੇ ਨੇ ਚੱਲਣ ਦਿੱਤਾ? ਉਹਨੂੰ ਚੱਕ ਕੇ ਬਾਹਰ ਮਾਰਿਆ। ਅੱਜ ਦੇਖ ਲਓ ਕਿ ਉਹ ਜੇਲ੍ਹ 'ਚ ਬੈਠਾ ਵਾ ਹੈ। ਜਿਹਨੇ ਸਾਈਫਰ ਭੇਜਿਆ ਉਹ ਮੌਜਾਂ ਕਰਦਾ ਫਿਰਦਾ, ਜਿਹਨੂੰ ਭੇਜਿਆ ਉਹ ਵੀ ਮੌਜਾਂ ਕਰਦਾ ਫਿਰਦਾ, ਜਿਹਨੇ ਕੌਮ ਨੂੰ ਦੱਸ ਦਿੱਤਾ ਉਹਨੂੰ ਚੱਕ ਕੇ ਜੇਲ੍ਹ 'ਚ ਪਾ ਦਿੱਤਾ।
ਮੇਰੇ ਗੱਲ ਕਰਨ ਦਾ ਮਕਸਦ ਹੈ ਜਮਾਤ ਕੋਈ ਵੀ ਆ ਜਾਵੇ, ਇਸ ਕਰਪਟ ਮਾਫੀਆ ਨੇ ਉਹਨੂੰ ਨਹੀਂ ਚੱਲਣ ਦੇਣਾ। ਔਰ ਇਹ ਮੁਲਕ, ਇਹ ਪੂਰੀ ਕੌਮ ਦੀ ਜ਼ਿੰਮੇਵਾਰੀ ਆ। ਤੁਸੀਂ ਚਾਹੇ ਮੁਸਲਿਮ ਲੀਗ ਦੇ ਆ, ਤਹਿਰੀਕ ਇਨਸਾਫ ਦੇ ਆ, ਜਮਾਤ ਇਸਲਾਮੀ ਦੇ ਆ, ਤੁਸੀਂ ਪੀਪਲਸ ਪਾਰਟੀ ਦੇ ਆ, ਤੁਸੀਂ ਕਿਸੇ ਵੀ ਸਿਆਸੀ ਮਜ਼ਹਬੀ ਜਮਾਤ ਨਾਲ ਤੁਹਾਡਾ ਤਲਕ ਆ, ਅਗਰ ਤੁਸੀਂ ਗਰੀਬ ਆ ਤੇ ਪਾਕਿਸਤਾਨ ਦੇ ਵਿੱਚ ਤੁਸੀਂ ਸਫ਼ਰ ਕਰ ਰਹੇ ਆ, ਤੁਸੀਂ ਮੰਨੋ ਪਵਾ ਨਾ ਮੰਨੋ, ਅਗਰ ਤੁਹਾਡੇ ਕੋਲ ਵਸਾਇਲ ਨਹੀਂ ਹੈਗੇ, ਤੁਹਾਡਾ ਕੋਈ ਕਾਰੋਬਾਰ ਨਹੀਂ ਹੈਗਾ, ਜਾਂ ਤੁਸੀਂ ਮਜ਼ਦੂਰ ਤਬਕਾ ਲੋਕ ਆ, ਤੁਸੀਂ ਜਿਸ ਮਰਜ਼ੀ ਜਮਾਤ ਦੇ ਵਰਕਰ ਆ, ਤੁਹਾਡੀ ਹਾਲਤ ਪਤਲੀ ਆ। ਕਿਉਂਕਿ ਅਸੀਂ ਦੇਖ ਨਹੀਂ ਰਿਹਾ ਕੀ ਹੋ ਰਿਹਾ ਪਾਕਿਸਤਾਨ ਦੇ ਵਿੱਚ, ਮਹਿੰਗਾਈ, ਬੇਰੁਜ਼ਗਾਰੀ, ਨਾ ਗਰੀਬ ਨੂੰ ਇਨਸਾਫ, ਨਾ ਤਾਲੀਮ, ਨਾ ਕੋਈ ਸਿਹਤ। ਤੁਹਾਨੂੰ ਇਕੱਠੇ ਹੋ ਕੇ ਆਪਦੇ ਹਕੂਕ ਵਾਸਤੇ ਖੜੇ ਹੋਣਾ ਪਊਗਾ। ਵੋਟ ਜਿਸ ਮਰਜ਼ੀ ਜਮਾਤ ਨੂੰ ਦਿਓ, ਲੇਕਿਨ ਇਹ ਆਪਣੇ ਆਪਦੇ ਦਿਲ ਨੂੰ ਸਮਝਾਓ ਕਿ ਇਹ ਈਜ਼ੀ ਤੁਹਾਨੂੰ ਚੀਜ਼ਾਂ ਨਹੀਂ ਮਿਲਣੀਆਂ। ਜਦ ਤੱਕ ਮੁਲਕ 'ਚ ਅਦਲੋ ਇਨਸਾਫ ਨਾ ਹੋਇਆ, ਜਦ ਤੱਕ ਅਮੀਰ ਔਰ ਗਰੀਬ ਲਈ ਕਾਨੂੰਨ ਇੱਕ ਨਾ ਹੋਇਆ, ਜਦ ਤੱਕ ਮੁਲਕ ਦੇ ਵਿੱਚ ਮੈਰਿਟ ਦੇ ਉੱਤੇ ਫੈਸਲੇ ਨਾ ਹੋਏ, ਜਦ ਤੱਕ ਪਾਕਿਸਤਾਨ ਦੇ ਵਿੱਚ ਕਰਪਸ਼ਨ ਦੇ ਉੱਤੇ ਅਸੀਂ ਫੁੱਲ ਸਟਾਪ ਨਾ ਲਾਇਆ, ਜਦ ਤੱਕ ਇਹਤਸਾਬ ਨਾ ਹੋਇਆ, ਇਸ ਮੁਲਕ ਦਾ ਕੋਈ ਫਿਊਚਰ ਨਹੀਂ। ਜਿਸ ਮਰਜ਼ੀ ਜਮਾਤ ਨੂੰ ਲੈ ਆਓ, ਜਿਸ ਮਰਜ਼ੀ ਲੀਡਰ ਨੂੰ ਤੁਸੀਂ ਪ੍ਰਾਈਮ ਮਿਨਿਸਟਰ ਬਣਾ ਦਿਓ, 75-76 ਸਾਲਾਂ ਤੋਂ ਇਦਾਂ ਹੀ ਹੋ ਰਿਹਾ। 2-3 ਸਾਲ ਤੋਂ ਬਾਅਦ ਕੋਈ ਹੁਕੂਮਤ ਚੱਲਣ ਹੀ ਨਹੀਂ ਦਿੰਦੇ। ਆ ਪਿਛਲੇ ਦਿਨਾਂ ਦੇ ਵਿੱਚ ਸਾਡੇ ਇੱਕ ਅਸਕਰੀ ਅਦਾਰੇ ਦੇ ਚੀਫ ਤੋਂ ਪੁੱਛਿਆ ਸਟੂਡੈਂਟਸ ਨੇ ਕਿ ਸਰ ਤੁਸੀਂ ਗਵਰਨਮੈਂਟ ਕਿਉਂ ਨਹੀਂ ਚੱਲਣ ਦਿੰਦੇ? ਉਹਨਾਂ ਨੇ ਕਿਹਾ ਦੇਖੋ ਜੀ, ਅਗਰ ਸਾਡੇ ਸਾਹਮਣੇ ਕੋਈ ਮੁਲਕ ਟੁਕੜੇ ਟੁਕੜੇ ਕਰਨ ਦੀ ਸਾਜ਼ਿਸ਼ ਕਰੇ ਤੇ ਅਸੀਂ ਚੁੱਪ ਕਰਕੇ ਬੈਠੇ ਰਹੀਏ, ਬੜੀ ਵਧੀਆ ਗੱਲ ਆ ਜੀ, ਬਿਲਕੁਲ ਨਹੀਂ। ਅਗਰ ਕੋਈ ਬੰਦਾ ਮੁਲਕ ਤੋੜ ਰਿਹਾ ਵਾ ਤੇ ਬਿਲਕੁਲ ਸਾਡੀ ਏਜੰਸੀ, ਸਾਡੇ ਅਦਾਰਿਆਂ ਨੂੰ ਮੁਤਹਰਕ ਹੋਣਾ ਚਾਹੀਦਾ, ਉਹ ਬੰਦੇ ਨੂੰ ਰੋਕਣਾ ਚਾਹੀਦਾ। ਪਰ ਯਾਰ ਅਸੀਂ ਦੂਸਰੇ ਪਾਸੇ ਇਹ ਦੇਖਦੇ ਆ ਕਿ ਹਰ 2-3 ਸਾਲ ਬਾਅਦ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਆ ਬੰਦਾ ਮੁਲਕ ਲੱਗਾ ਤੋੜਨ, ਤੇ ਇਹ 2-4 ਸਾਲ ਬਾਅਦ ਫਿਰ ਉਹਨੂੰ ਹੀ ਲੈ ਆਉਂਦੇ ਆ। ਇਹਦੇ 'ਚ ਕੀ ਹਕੀਕਤ ਹੈਗੀ ਆ, ਜਾਂ ਇਹਦੇ ਵਿੱਚ ਕੀ ਤੁਸੀਂ ਕਹਿ ਸਕਦੇ ਆ ਕਿ ਇਹਦਾ ਕੀ ਰਾਜ਼ ਆ? ਇਹ ਵੀ ਤਾਂ ਸਾਨੂੰ ਦੱਸੋ ਨਾ। ਵੀ ਚਲੋ ਠੀਕ ਆ ਜੀ, ਆ ਇਮਰਾਨ ਖਾਨ ਸੀਗਾ, ਨਵਾਜ਼ ਸ਼ਰੀਫ ਸੀਗਾ, ਆਸਿਫ ਅਲੀ ਜ਼ਰਦਾਰੀ, ਬੇਨਜ਼ੀਰ ਵਗੈਰਾ ਵਗੈਰਾ, ਇਹਨਾਂ ਨੂੰ ਤੁਸੀਂ ਇਸ ਤੋਂ ਕੱਢਿਆ ਕਿ ਮੁਲਕ ਤੋੜਨ ਲੱਗੇ ਸੀਗੇ, ਤੇ ਫਿਰ ਤੁਸੀਂ ਇਹਨਾਂ ਨਾਲ ਹੀ ਡੀਲ ਕਰ ਲੈਂਦੇ ਆ, ਇਹਨਾਂ ਨੂੰ ਤੁਸੀਂ ਵਾਪਸ ਪਾਵਰ 'ਚ ਲੈ ਆਉਂਦੇ ਆ। ਇਹ ਵੀ ਤਾਂ ਫਿਰ ਕੌਮ ਨੂੰ ਦੱਸੋ ਨਾ। ਮੇਰੇ ਗੱਲ ਕਰਨ ਦਾ ਮਕਸਦ ਮੇਰੇ ਭਾਈਓ ਇਹ ਆ ਕਿ ਪੂਰੀ ਕੌਮ ਜਿੱਦਾਂ ਅੱਜ ਇੱਕ ਦੂਜੇ ਦੇ ਖਿਲਾਫ ਗੱਲਾਂ ਕਰ ਰਹੀ ਹੈ ਨਾ, ਵੋਟ ਮੰਗ ਰਹੀ ਆ, ਕੋਈ ਕਹਿੰਦਾ ਜੀ ਜਮਾਤ ਇਸਲਾਮੀ ਨੂੰ ਵੋਟ ਦੇ ਦਿਓ, ਕੋਈ ਕਹਿੰਦਾ ਜੀ PTI ਵਾਲਿਆਂ ਨੂੰ ਦੇ ਦਿਓ, ਕੋਈ ਕਹਿੰਦਾ ਜੀ ਮੁਸਲਿਮ ਲੀਗ ਵਾਲਿਆਂ ਨੂੰ ਦੇ ਦਿਓ, ਕੋਈ ਕਹਿੰਦਾ ਜੀ ਫਲਾਂ। ਅਗਰ ਤੁਸੀਂ ਇਕੱਠੇ ਹੋ ਕੇ ਇਸ ਮੁਲਕ ਦੇ ਵਿੱਚ ਅਦਲੋ ਇਨਸਾਫ ਵਾਸਤੇ ਜਦੋਜਹਿਦ ਕਰੋ, ਇਸ ਮੁਲਕ ਦੇ ਵਿੱਚ ਅਮੀਰ ਔਰ ਗਰੀਬ ਦੇ ਹਕੂਕ ਵਾਸਤੇ ਜਦੋਜਹਿਦ ਕਰੋ ਕਿ ਇੱਕ ਹੋਣੇ ਚਾਹੀਦੇ ਬਰਾਬਰ, ਮਸਾਵੀ ਹਕੂਕ ਵਾਸਤੇ ਤੁਸੀਂ ਜਦੋਜਹਿਦ ਕਰੋ, ਇਸ ਮੁਲਕ ਚੋਂ ਕਰਪਸ਼ਨ ਦੇ ਖਾਤਮੇ ਵਾਸਤੇ ਤੁਸੀਂ ਜਦੋਜਹਿਦ ਕਰੋ, ਤੇ ਇਸ ਮੁਲਕ ਦੇ ਵਿੱਚ ਕੁਛ ਨਾ ਕੁਛ ਬਿਹਤਰੀ ਆ ਸਕਦੀ ਆ। ਲੇਕਿਨ ਇਹਨਾਂ ਜ਼ਾਲਮਾਂ ਨੇ ਤੁਹਾਨੂੰ ਜਾਣ ਬੁੱਝ ਕੇ ਡਿਵਾਈਡ ਕੀਤਾ ਆ, ਡਿਵਾਈਡ ਐਂਡ ਰੂਲ। ਇਹ ਅੰਗਰੇਜ਼ਾਂ ਦਾ ਕੁਲੀਆ ਉਹੀ ਅੱਜ ਚੱਲ ਰਿਹਾ। ਸੁੰਨੀ, ਸ਼ੀਆ, ਅਹਿਲ ਹਦੀਸ, ਵਹਾਬੀ, ਦੋਬੰਦੀ, ਫਿਰ ਅੱਗੇ ਇਹਨਾਂ ਦੀਆਂ ਜਮਾਤਾਂ, ਫਿਰ ਆ ਜੀ PTI, ਆ ਜੀ ਮੁਸਲਿਮ ਲੀਗ, ਆ ਜੀ ਜਮਾਤ ਇਸਲਾਮੀ, ਆ ਫਲਾਣੇ। ਉਹ ਇਕੱਠੇ ਹੋ ਕੇ ਤੁਸੀਂ ਯਾਰ ਕੋਸ਼ਿਸ਼ ਕਿਉਂ ਨਹੀਂ ਕਰਦੇ? ਜਿਹੜੇ ਚੰਦ ਇੱਕ ਬੁਨਿਆਦੀ ਅਸੂਲ ਆ ਉਹ ਤਾਂ ਪੂਰੇ ਕਰਵਾਓ। ਹੁਣ ਇਲੈਕਸ਼ਨ ਹੋ ਰਿਹਾ ਆ, ਇੱਥੇ ਦੇਖ ਲਿਓ ਆ ਬਾਅਦ 'ਚ ਖੱਪਖਾਨਾ ਹੀ ਹੋਣਾ। ਨਾ ਇਹਨਾਂ ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਲਿਆਂਤੀ ਆ। ਹੁਣ ਇੱਕ ਬੰਦਾ ਤੁਹਾਡੇ ਕੋਲ ਬੈਠਾ ਹਿਸਾਬ ਕਿਤਾਬ ਕਰ ਰਿਹਾ, ਉਹ ਉਂਗਲਾਂ ਦੇ ਉੱਤੇ ਗਿਣ ਗਿਣ ਕੇ ਹਿਸਾਬ ਕਰ ਰਿਹਾ, ਤੁਸੀਂ ਉਹਨੂੰ ਕਹਿੰਦੇ ਵੀ ਅੱਲਾ ਦੇ ਬੰਦਿਆ ਇਹ ਗਲਤੀ ਤੂੰ ਕਰ ਰਿਹਾ ਵਾ, ਤੂੰ ਕੰਪਿਊਟਰ ਇਸਤੇਮਾਲ ਕਰ ਲਾ। ਅੱਜ ਕੱਲ੍ਹ ਜਦੀਦ ਤਰੀਕਾ ਵਾ, ਜਾਂ ਤੂੰ ਕੈਲਕੂਲੇਟਰ ਲੈ ਲਾ, ਚਲੋ ਤੇਰੀ ਜਮ੍ਹਾਂ ਤਫਰੀਕ ਜਿਹੜੀ ਆ ਉਹ 'ਚ ਤੈਨੂੰ ਗਲਤੀ ਨਾ ਲੱਗੂਗੀ। ਲੇਕਿਨ ਉਹ ਬੰਦਾ ਕਹਿੰਦਾ ਨਹੀਂ ਜੀ ਮੈਂ ਤਾਂ ਉਂਗਲਾਂ ਤੇ ਹਿਸਾਬ ਹੀ ਕਰਨਾ ਹੈ, ਤੇ ਫਿਰ ਉਹਦੇ 'ਚ ਗਲਤੀ ਲੱਗਦੀ ਆ, ਤੇ ਫਿਰ ਉਹ ਕਹਿੰਦਾ ਅੱਛਾ ਜੀ ਇਹ ਗਲਤੀ ਹੋ ਗਈ ਹੈ। ਸਾਰੀਆਂ ਜਮਾਤਾਂ ਕਹਿੰਦੀਆਂ ਜੀ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਜਿਹੜੀ ਨਹੀਂ ਆਉਣੀ ਚਾਹੀਦੀ, ਸਿਰਫ ਇਮਰਾਨ ਖਾਨ ਨੇ ਕਿਹਾ ਕਿ ਆਉਣੀ ਚਾਹੀਦੀ ਆ, ਤੇ ਹੁਣ ਨਾਲ ਕਹਿੰਦੇ ਵੀ ਧਾਂਦਲੀ ਹੋ ਗਈ ਆ। ਹੁਣ ਆ ਇਲੈਕਸ਼ਨ ਕਿੰਨੇ ਮੁਤਨਾਜ਼ਾ ਹੋ ਗਏ। ਗੱਲ ਕਰਨ ਦਾ ਮਕਸਦ ਮੇਰੇ ਭਾਈਓ ਆ, ਵੋਟ ਜਿਸ ਮਰਜ਼ੀ ਜਮਾਤ ਨੂੰ ਦਿਓ, ਇਹ ਮੇਰਾ ਕੋਈ ਬਿਜ਼ਨਸ ਨਹੀਂ ਹੈਗਾ। ਤੁਸੀਂ ਖੁਦ ਅਕਲਮੰਦ ਆ, ਬਾਸ਼ਊਰ ਆ, ਜਿਸ ਮਰਜ਼ੀ ਜਮਾਤ ਨੂੰ ਵੋਟ ਦਿਓ। ਲੇਕਿਨ ਮੇਰੀ ਇਹ ਗੱਲ ਯਾਦ ਰੱਖੋ, ਜਦ ਤੱਕ ਮੁਲਕ ਦੇ ਵਿੱਚ ਰੂਲ ਆਫ ਲਾ ਕਾਇਮ ਨਾ ਹੋਇਆ, ਅਦਲੋ ਇਨਸਾਫ ਤੋਂ ਬਗੈਰ ਕੋਈ ਮਾਸ਼ਰਾ ਅੱਗੇ ਨਹੀਂ ਜਾ ਸਕਦਾ। ਅਮੀਰ ਔਰ ਗਰੀਬ ਲਈ ਕਾਨੂੰਨ ਇੱਕ ਹੋਣਾ ਚਾਹੀਦਾ, ਮੈਰਿਟ ਦੇ ਫੈਸਲੇ ਹੋਣੇ ਚਾਹੀਦੇ, ਇਹਤਸਾਬ ਹੋਣਾ ਚਾਹੀਦਾ, ਕਰਪਸ਼ਨ ਖਤਮ ਹੋਣੀ ਚਾਹੀਦੀ ਆ। ਇਹ ਚੰਦ ਬੁਨਿਆਦੀ ਅਸੂਲ ਆ ਜਿਨ੍ਹਾਂ ਦੇ ਉੱਤੇ ਅਮਲ ਕਰਨਾ ਜ਼ਰੂਰੀ ਆ। ਅਦਰਵਾਈਜ਼ ਪਾਕਿਸਤਾਨ ਦਾ ਕੋਈ ਫਿਊਚਰ ਨਹੀਂ, ਜਿੰਨੇ ਮਰਜ਼ੀ ਹਕੂਮਤਾਂ ਤੁਸੀਂ ਚੇਂਜ ਕਰੀ ਜਾਓ। ਅੱਲਾ ਹਾਫਿਜ਼।